ਧੰਨ ਗੁਰੂ ਦਰਸ਼ਨ। ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ। ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ। ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ। ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ। ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ। ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ, ਧੰਨ ਗੁਰੂ ਦਰਸ਼ਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸ਼੍ਰੀ ਰਾਮ ਜੈ ਰਾਮ, ਜੈ ਜੈ ਰਾਮ। 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 ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਨਾਨਕ ਜਸ਼ਵੰਤੀ ਨਿਰਾਤਾਮ ਤਾਮ ਪਹਿਲਾ। ਤੇਰਾ ਨਾਮ ਪ੍ਰਾਨ ਆਧਾਰਾ, ਪ੍ਰਿਤਪਾਲ ਠਾਕੁਰ ਦਾਤਾਰ ਜੀਓ। ਰਾਖੋ ਲਾਜ ਪ੍ਰਭ ਜਨ ਆਪਣੇ, ਆਪਣੇ ਕਿਰਪਾ ਤਾਰ। ਸੁਨ ਸੁਨ ਜੀਵਾਂ ਅੰਮ੍ਰਿਤ ਬਾਣੀ, ਤੇਰੀ ਪਾਲਨ ਹਾਰਾ। ਮਨ ਮੋਹ ਹੋਮੈ ਰੋਗ ਕਾਟੋ, ਬੰਦਨਾ ਕਰੋ ਕਰਾਂ ਬਖਸ਼ਨ ਹਾਰਾ। ਦਰਸ਼ਨ ਸ਼ਰਨ ਦਿਓ ਪ੍ਰਭ ਮੇਰੇ, ਹਾਥ ਬਾਂਧ ਅਰਜ਼ ਗੁਜ਼ਾਰਾਂ। ਯਕੀਨ ਸਾਧ ਸੰਗਤ ਜੀ, ਇਹ ਸ਼ਬਦ ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ ਦੇ ਹਨ। ਮਹਾਰਾਜ ਜੀ ਆਪਣੇ ਜਸ਼ਵੰਤੀ ਨਿਰਾਤਾਰ ਤਾਮ ਪਹਿਲਾ ਦੇ ਅੰਦਰ ਸਾਨੂੰ ਇਹ ਸਮਝਾ ਰਹੇ ਹਨ ਕਿ ਉਸ ਗੁਰੂ ਦਾ ਨਾਮ, ਈਸ਼ਵਰ ਦਾ ਨਾਮ, ਅਕਾਲ ਪੁਰਖ ਦਾ ਨਾਮ, ਜਿਸ ਵੀ ਨਾਮ ਦੇ ਨਾਲ ਅਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਹ ਹੀ ਸਾਡਾ ਦਾਤਾਰ ਹੈ, ਸਾਡਾ ਦਾਤਾ ਹੈ, ਸਾਡਾ ਰਖਵਾਲੀ ਹੈ, ਸਾਡਾ ਪਾਲਣਹਾਰ ਹੈ। ਕਿਉਂਕਿ ਉਸ ਮਾਲਕ ਤੋਂ ਬਿਨਾਂ, ਉਸ ਠਾਕੁਰ ਤੋਂ ਬਿਨਾਂ ਸਾਡਾ ਕੋਈ ਵੀ ਇਸ ਸੰਸਾਰ ਦੇ ਅੰਦਰ ਨਾ ਸੰਗੀ ਹੈ, ਨਾ ਸਾਥੀ ਹੈ। ਇਸ ਸਾਡੇ ਜੀਵਨ ਦੇ ਅੰਦਰ ਜਿਹੜੇ ਸਵਾਸ ਚੱਲ ਰਹੇ ਹਨ, ਇਹ ਸਵਾਸਾਂ ਦਾ ਆਧਾਰ ਜਿਹੜਾ ਹੈ, ਜਿਸ ਦੇ ਉੱਤੇ ਇਹ ਸਾਡਾ ਸਰੀਰ ਟਿਕਿਆ ਹੋਇਆ ਹੈ, ਉਹ ਸਿਰਫ ਔਰ ਸਿਰਫ ਉਸ ਸ਼ਬਦ ਨਾਲ ਟਿਕਿਆ ਹੋਇਆ ਹੈ। ਜਦ ਤੱਕ ਇਸ ਸਰੀਰ ਦੇ ਅੰਦਰ ਸਵਾਸਾਂ ਦੇ ਰਾਹੀਂ, ਸਾਂਸਾਂ ਦੇ ਰਾਹੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਅਸੀਂ ਯਾਦ ਨਹੀਂ ਕਰਦੇ, ਤੇ ਸਾਡੇ
ਰਖਵਾਲੀ ਵੀ ਕੌਣ ਕਰ ਸਕਦਾ ਹੈ? ਜਦੋਂ ਅਸੀਂ ਆਪਣੇ ਉਸ ਪਰਮ ਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਹਾਂ, ਜਾਂ ਉਸ ਨੂੰ, ਜਿੱਦਾਂ ਇੱਕ ਛੋਟਾ ਬੱਚਾ ਹੈ ਉਹ ਆਪਣੇ ਮਾਤਾ ਪਿਤਾ ਦੇ ਸ਼ਰਨ ਦੇ ਵਿੱਚ ਰਹਿੰਦਾ ਹੈ, ਤੇ ਉਹ ਮਾਤਾ ਪਿਤਾ ਨੂੰ ਪਤਾ ਹੈ ਕਿ ਇਹ ਬੱਚਾ ਕੋਈ ਜ਼ਮੀਨ ਤੋਂ ਐਸੀ ਚੀਜ਼ ਨਾ ਚੱਕ ਲਵੇ ਜਿਹਦੇ ਨਾਲ ਕਿ ਉਹ ਖਾਵਣ ਦੇ ਨਾਲ ਉਸਦਾ ਅੰਦਰਲਾ ਸਿਸਟਮ ਖਰਾਬ ਹੋਵੇ, ਜਾਂ ਉਸ ਨੂੰ ਕੋਈ ਤਕਲੀਫ ਹੋਵੇ ਜਾਂ ਦੁੱਖ ਹੋਵੇ। ਐਸੇ ਤਰ੍ਹਾਂ ਹੀ ਉਹ ਪਰਮ ਪਿਤਾ ਪਰਮਾਤਮਾ, ਜਿਸ ਦੇ ਕਿ ਅਸੀਂ ਬੱਚੇ ਹਾਂ, ਕਿਉਂਕਿ ਉਹ ਸਾਡਾ ਮਾਤਾ ਪਿਤਾ ਹੈ, ਅਸੀਂ ਉਸਦੇ ਬੱਚੇ ਹਾਂ। ਜਦੋਂ ਅਸੀਂ ਆਪਣੇ ਆਪ ਨੂੰ ਉਸ ਬੱਚੇ ਦੀ ਤਰ੍ਹਾਂ ਆਪਣੇ ਪਰਮ ਪਿਤਾ ਪਰਮਾਤਮਾ ਦੇ ਹਵਾਲੇ ਨਹੀਂ ਕਰ ਦਿੰਦੇ, ਪੂਰਨ ਤੌਰ ਦੇ ਉੱਤੇ ਅਸੀਂ ਉਹਦੀ ਸ਼ਰਨ ਦੇ ਵਿੱਚ ਨਹੀਂ ਚਲੇ ਜਾਂਦੇ, ਉਨੀ ਦੇਰ ਤੱਕ ਉਹ ਸਾਡੀ ਰੱਖਿਆ ਨਹੀਂ ਕਰਦਾ। ਸਾਡਾ ਸ਼ਰਧਾ ਤਾਂ ਹੈ ਆਪਣੇ ਮੁਰਸ਼ਿਦ ਦੇ ਉੱਤੇ, ਸਾਡੀ ਸ਼ਰਧਾ ਵੀ ਹੈ, ਪ੍ਰੇਮ ਵੀ ਹੈ, ਅਸੀਂ ਉਸ ਨੂੰ ਯਾਦ ਵੀ ਕਰਦੇ ਹਾਂ, ਉਹਦਾ ਨਾਮ ਵੀ ਸਿਮਰਦੇ ਹਾਂ, ਪਰ ਫਿਰ ਵੀ ਅਸੀਂ ਡੋਲ ਜਾਂਦੇ ਹਾਂ, ਕਿਉਂਕਿ ਸਾਡਾ ਵਿਸ਼ਵਾਸ ਨਹੀਂ ਹੈ। ਸ਼ਰਧਾ ਇੱਕ ਵੱਖਰੀ ਚੀਜ਼ ਹੈ, ਪ੍ਰੇਮ ਕਰਨਾ ਇੱਕ ਅਲੱਗ ਚੀਜ਼ ਹੈ, ਵਿਸ਼ਵਾਸ ਕਰਨਾ ਇੱਕ ਅਲੱਗ ਚੀਜ਼ ਹੈ। ਕਿਉਂਕਿ ਜਦੋਂ ਕਿਸੇ ਨੂੰ ਕਿਸੇ ਦੇ ਉੱਤੇ ਵਿਸ਼ਵਾਸ ਹੁੰਦਾ ਹੈ ਤੇ ਉਹ ਫਿਰ ਉਸ ਦੇ ਉੱਤੇ ਆਪਣੇ ਆਪ ਨੂੰ ਪੂਰਨ ਤੌਰ ਦੇ ਉੱਤੇ ਨਿਰਭਰ ਕਰ ਲੈਂਦਾ ਹੈ, ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਆਪਣੇ ਪਤਨੀ ਦੇ ਨਾਲ, ਆਪਣੇ ਭਾਈ ਦੇ ਨਾਲ, ਆਪਣੀ ਬਹਿਨ ਦੇ ਨਾਲ ਆਪਣੀ ਪੂਰੀ ਦਿਲ ਦੀ ਜਿਹੜੀ ਗੱਲਬਾਤ ਹੈ ਉਹ ਸ਼ੇਅਰ ਕਰ ਲੈਂਦਾ ਹੈ। ਜਿੱਥੇ ਜਿਸ ਨੂੰ ਵਿਸ਼ਵਾਸ ਨਹੀਂ ਹੁੰਦਾ ਉਹ ਆਪਣੇ ਕੋਈ ਵੀ ਦਿਲ ਦੀ ਗੱਲ ਕਿਸੇ ਦੇ ਨਾਲ ਨਹੀਂ ਕਰਦਾ। ਸ਼ਰਧਾ ਹੈ, ਉਹਨੂੰ ਪ੍ਰੇਮ ਵੀ ਕਰਦਾ ਹੈ, ਪਰ ਕੀ ਉਹ ਕਹਿੰਦਾ ਕਿ ਸ਼ਾਇਦ ਕਿਤੇ ਮੇਰੀ ਗੱਲਬਾਤ ਇਹ ਕਿਸੇ ਕੋਲ ਨਾ ਕਰ ਦੇਵੇ, ਤੇ ਸਾਡਾ ਉਹਦੇ ਨਾਲ ਵਿਸ਼ਵਾਸ ਨਹੀਂ ਬਣਦਾ। ਐਸੇ ਤਰ੍ਹਾਂ ਹੀ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਪ੍ਰੇਮ ਤਾਂ ਕਰਦੇ ਹਾਂ, ਸ਼ਰਧਾ ਵੀ ਰੱਖਦੇ ਹਾਂ, ਪਰ ਸਾਡਾ ਅਟੁੱਟ ਵਿਸ਼ਵਾਸ ਨਹੀਂ ਹੈ। ਕਿਉਂਕਿ ਜਦੋਂ ਸਾਡੇ ਮਾੜਾ ਜਿਹਾ ਦੁੱਖ ਆਉਂਦਾ ਹੈ, ਤਕਲੀਫ ਆਉਂਦੀ ਹੈ, ਤੇ ਅਸੀਂ ਉਹਦੇ ਨਾਲ ਡੋਲ ਜਾਂਦੇ ਹਾਂ, ਕਿਉਂਕਿ ਦੁੱਖ ਤਾਂ ਜ਼ਿੰਦਗੀ ਦੇ ਵਿੱਚ ਆਣੇ ਔਰ ਜਾਣੇ ਹੈ, ਸੁੱਖ ਵੀ ਆਣੇ ਔਰ ਜਾਣੇ ਹੈ। ਜਦੋਂ ਅਸੀਂ ਦੁੱਖਾਂ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਕਰਦੇ, ਦੁੱਖਾਂ ਨੂੰ ਆਪਣੇ ਆਪ ਤੋਂ ਮੁਕਤ ਨਹੀਂ ਕਰਨਾ ਚਾਹੁੰਦੇ, ਤੇ ਉਨੀ ਦੇਰ ਸਾਨੂੰ ਅੱਗੇ ਸੁੱਖ ਕਿੱਦਾਂ ਹਾਸਲ ਹੋ ਸਕਦੇ ਹਨ? ਕਿਉਂਕਿ ਵਿਸ਼ਵਾਸ ਦੀ ਇਸ ਤਰ੍ਹਾਂ ਗੱਲ ਹੈ ਕਿ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਇੱਕ ਜਾਦੂਗਰ ਜਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਮਜ਼ਬੇ ਲੱਗਦੇ ਹੁੰਦੇ ਸਨ ਸੜਕਾਂ ਦੇ ਉੱਤੇ, ਤੇ ਦੋ ਇੱਕ ਲੱਕੜੀਆਂ ਦੇ ਪੋਲ ਬੰਨ੍ਹ ਕੇ ਉੱਤੇ ਇੱਕ ਰੱਸੀ ਜੀ ਉਹਦੇ ਨਾਲ ਬੰਨ੍ਹ ਦਿੱਤੀ ਜਾਂਦੀ ਸੀਗੀ, ਤੇ ਉਸ ਰੱਸੀ ਦੇ ਉੱਪਰ ਇੱਕ ਬੰਦਾ ਇੱਕ ਪਹੀਏ ਵਾਲਾ ਸਾਈਕਲ ਵੀ ਚਲਾਉਂਦਾ ਸੀ, ਦੂਜੇ ਦੋ ਪਹੀਆਂ ਵਾਲਾ ਸਾਈਕਲ ਵੀ ਚਲਾਉਂਦਾ ਸੀ, ਤੇ ਉਹਦੇ ਉੱਤੇ ਖੜ ਕੇ ਖਾਂਦਾ ਵੀ ਸੀ, ਪੀਂਦਾ ਵੀ ਸੀ, ਦੋ ਜਣੇ ਉਹ ਨਾਲ ਲੈ ਕੇ ਵੀ ਇੱਧਰ ਉੱਧਰ ਜਾਂਦਾ ਸੀ। ਪਰ ਜਿਹੜੇ ਐਕਸਪੈਕਟੇਟਰਸ ਹੁੰਦੇ ਹਨ, ਦੇਖਣ ਵਾਲੇ ਹੁੰਦੇ ਹਨ, ਕਈ ਵਾਰੀ ਉਹਨਾਂ ਨੂੰ ਪੁੱਛ ਲੈਂਦਾ ਹੈ ਉਹ, ਕਿਆ ਅਸੀਂ ਇਹਨੂੰ ਦੁਬਾਰਾ ਕ੍ਰੋਸ ਕਰ ਸਕਦੇ ਹਾਂ? ਇੱਕ ਵਾਰੀ ਦੀ ਗੱਲ ਹੈ ਕਿ ਇੱਕ ਕੈਨੇਡਾ ਦੇ ਅੰਦਰ ਨਾਗਰਾ ਫਾਲ ਦੇ ਵਿੱਚ ਇੱਕ ਐਸੇ ਤਰ੍ਹਾਂ ਦਾ ਹੀ ਇੱਕ ਜੀਵਾਂ ਨੂੰ ਖੁਸ਼ ਕਰਨ ਵਾਸਤੇ ਇਸ ਤਰ੍ਹਾਂ ਦੇ ਕਰਤੱਵ ਬਕਾਇਆ ਕਰਦਾ ਸੀ, ਤੇ ਥੱਲੇ ਇੱਕ ਬਹੁਤ ਵੱਡੀ
ਨਦੀ ਹੈ ਔਰ ਉਹਦੇ ਉੱਪਰ ਉਸਨੇ ਇੱਕ ਤਾਰ ਬੰਨ੍ਹ ਕੇ ਉੱਤੇ, ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਪੁਰਾਣੇ ਜ਼ਮਾਨਿਆਂ ਦੇ ਅੰਦਰ ਵੀ ਅੱਜ ਕੱਲ੍ਹ ਵੀ ਇਲੈਕਟ੍ਰਿਕ ਦੀਆਂ ਤਾਰਾਂ ਚੱਲਦੀਆਂ ਹਨ, ਉਹਨਾਂ ਤਾਰਾਂ ਦੇ ਉੱਤੇ 4-4 ਬੰਦੇ ਬੈਠ ਕੇ ਇੱਧਰ ਉੱਧਰ ਕ੍ਰੋਸ ਕਰਦੇ ਹਨ ਤੇ ਅਸੀਂ ਬੜੇ ਉੱਤੇ ਖੁਸ਼ ਹੁੰਦੇ ਹਾਂ ਥੱਲੇ ਨਜ਼ਾਰਾ ਦੇਖ ਕੇ। ਇਸੇ ਤਰ੍ਹਾਂ ਹੀ ਇੱਕ ਬੰਦਾ ਉਸ ਤਾਰ ਦੇ ਉੱਪਰ ਇੱਕ ਵਾਰੀ ਸਾਈਕਲ ਚਲਾ ਕੇ ਲੈ ਕੇ ਗਿਆ, ਦੂਜੀ ਵਾਰੀ ਸਾਈਕਲ ਚਲਾ ਕੇ ਲੈ ਕੇ ਆਇਆ ਤੇ ਫਿਰ ਦੂਸਰੀ ਵਾਰ ਉਹਨੇ ਇੱਕ ਬੰਦੇ ਨੂੰ ਨਾਲ ਬਿਠਾ ਲਿਆ, ਫਿਰ ਉਹਨੇ ਸਾਈਕਲ ਚਲਾਇਆ, ਫਿਰ ਕ੍ਰੋਸ ਕਰਕੇ ਆ ਗਿਆ। ਫਿਰ ਤੀਜੀ ਵਾਰੀ ਗਿਆ, ਉਹਨੇ ਉੱਥੇ ਸਾਈਕਲ ਦੇ ਉੱਤੇ ਬੈਠ ਕੇ ਫਰੂਟ ਕੱਟਿਆ, ਫਰੂਟ ਖਾਧਾ, ਲੋਕਾਂ ਨੇ ਤਾੜੀਆਂ ਮਾਰੀਆਂ, ਬੜੇ ਖੁਸ਼ ਹੋਏ, ਬੜੇ ਦੁਨੀਆ ਜਿਹੜੀ ਸੀ ਬੜੀ ਆਨੰਦਿਤ ਹੋਈ ਕਿ ਇਹ ਤਾਂ ਇੱਕ ਕਮਾਲ ਦੀ ਚੀਜ਼ ਹੈ ਕਿ ਇੱਕ ਛੋਟੀ ਜਿਹੀ ਰੱਸੀ ਦੇ ਉੱਤੇ ਔਰ ਥੱਲੇ ਇਤਨਾ ਭਿਆਨਕ ਤੂਫਾਨੀ ਨਦੀ ਚੱਲ ਰਹੀ ਹੈ, ਉੱਤੋਂ ਕ੍ਰੋਸ ਕਰ ਰਿਹਾ ਤੇ ਉਹ ਹੱਥ ਦੋਨੇ ਛੱਡ ਕੇ ਤੇ ਉਹਦੇ ਉੱਤੇ ਆਪਣਾ ਭੋਜਨ ਵੀ ਖਾ ਰਿਹਾ ਹੈ, ਫਰੂਟ ਵੀ ਖਾ ਰਿਹਾ ਹੈ, ਲੋਕਾਂ ਨੂੰ ਖੁਸ਼ ਵੀ ਕਰ ਰਿਹਾ ਹੈ। ਤੇ ਇਸ ਤਰ੍ਹਾਂ ਉਹਨੇ ਦੂਸਰੇ ਇੱਕ ਬੰਦੇ ਨੂੰ ਨਾਲ ਬਿਠਾ ਲਿਆ ਪਿੱਛੇ ਆਪਣੇ, ਉਹਦੇ ਨਾਲ ਵੀ ਇਸ ਤਰ੍ਹਾਂ ਉਹਨੇ 1-2 ਵਾਰ ਕੀਤਾ ਤੇ ਉਸਨੇ ਸਪੈਕਟੇਟਰਸ ਨੂੰ ਪੁੱਛਿਆ ਕਿ ਕੋਈ ਹੈ ਐਸਾ ਬੰਦਾ। ਪਹਿਲਾਂ ਤਾਂ ਉਸਨੇ ਇਹ ਪੁੱਛਿਆ ਕਿ ਤੁਸੀਂ ਦੁਬਾਰਾ ਕਰਾਉਣਾ ਚਾਹੁੰਦੇ ਹੋ। ਸਾਰੇ ਸਪੈਕਟੇਟਰਸ ਨੇ ਤਾੜੀਆਂ ਮਾਰੇ ਕਿ ਹਾਂ ਤੁਸੀਂ ਦੁਬਾਰਾ ਵੀ ਕਰ ਸਕਦੇ ਹੋ। ਉਹਨੇ ਫਿਰ ਪੁੱਛਿਆ ਕਿਆ ਮੈਂ ਦੁਬਾਰਾ ਇਸ 'ਤੇ ਬਾਰ-ਬਾਰ ਕਰ ਸਕਦਾ? ਕਹਿੰਦੇ ਹਾਂ ਤੁਸੀਂ ਕਰ ਸਕਦੇ ਹੋ। ਤੇ ਫਿਰ ਉਸਨੇ ਸਪੈਕਟਰ ਨੂੰ ਪੁੱਛਿਆ ਹੈ ਕੋਈ ਐਸਾ ਬੰਦਾ, ਐਸਾ ਜੀਵ, ਐਸਾ ਲੜਕੀ, ਐਸਾ ਬੱਚਾ ਕੋਈ ਮੇਰੇ ਸਾਈਕਲ ਦੇ ਪਿੱਛੇ ਆਣ ਕੇ ਬੈਠ ਜਾਵੇ? ਸਾਰਿਆਂ ਨੂੰ ਨਹੀਂ, ਸਾਰਿਆਂ ਨੇ ਕਹਤਾ ਕਿ ਨਹੀਂ ਅਸੀਂ ਕੋਈ ਨਹੀਂ ਬੈਠ ਸਕਦੇ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਸੀ। ਸ਼ਰਧਾ ਸੀਗੀ ਕਿ ਉਹ ਜਿਹੜਾ ਜੀਵ ਹੈ ਉਹ ਕ੍ਰੋਸ ਕਰ ਸਕਦਾ ਹੈ, ਬੈਠ ਸਕਦਾ ਹੈ, ਲੇਕਿਨ ਸਾਡਾ ਮਨ ਦੇ ਅੰਦਰ ਵਿਸ਼ਵਾਸ ਨਹੀਂ ਸੀ ਕਿ ਜੇ ਅਸੀਂ ਉਹਦੇ ਪਿੱਛੇ ਬੈਠ ਜਾਵਾਂਗੇ ਤਾਂ ਸ਼ਾਇਦ ਅਸੀਂ ਉਸ ਸਾਈਕਲ ਤੇ ਚੜ੍ਹ ਕੇ ਪਾਰ ਕਰ ਸਕਦੇ ਹਾਂ ਉਸ ਤੂਫਾਨੀ ਨਦੀ ਨੂੰ। ਕਿਉਂਕਿ ਅਸੀਂ ਸਿਰਫ ਦੂਸਰਿਆਂ ਨੂੰ ਦੇਖਦੇ ਹਾਂ ਸ਼ਬਦਾਂ ਦੇ, ਪਰ ਸਾਡਾ ਆਪਣਾ ਵਿਸ਼ਵਾਸ ਨਹੀਂ ਹੈ। ਜਦ ਤੱਕ ਸਾਡਾ ਆਪਣਾ ਪੂਰਨ ਤੌਰ ਤੇ ਵਿਸ਼ਵਾਸ ਨਹੀਂ ਬਣਦਾ, ਉਨੀ ਦੇਰ ਤੱਕ ਅਸੀਂ ਉਸ ਪਰਮ ਪਿਤਾ ਪ੍ਰਮਾਤਮਾ ਦੇ ਘਰ ਦਾ ਜਿਹੜਾ ਆਨੰਦ ਹੈ ਉਹ ਨਹੀਂ ਮੰਨ ਸਕਦੇ। ਸਾਨੂੰ ਥੋੜਾ ਜਿਹਾ ਦੁੱਖ ਆ ਗਿਆ, ਤਕਲੀਫ ਆ ਗਈ, ਅਸੀਂ ਕਹਿ ਦਿੰਦੇ ਹਾਂ ਕਿ ਰੱਬ ਹੀ ਨਹੀਂ ਹੈ, ਇਹ ਸੰਤ ਹੀ ਨਹੀਂ ਹਨ। ਸੰਤਾਂ ਦਾ ਸਾਨੂੰ ਪਤਾ ਹੀ ਨਹੀਂ ਹੈ ਕਿ ਸੰਤ ਕੀ ਹੁੰਦੇ, ਸੰਤ ਕੀ ਕਰਦੇ ਹਨ। ਕਹਿੰਦੇ ਸੰਤ ਮਿਲੇ ਨਾਮ ਤੇ ਆਈਏ। ਸੰਤਾਂ ਦਾ ਕੰਮ ਹੈ ਸਿਰਫ ਔਰ ਸਿਰਫ ਤੁਹਾਨੂੰ ਨਾਮ ਨਾਲ ਜੋੜਨਾ, ਬਾਕੀ ਉਹਨਾਂ ਦਾ ਕੋਈ ਵੀ ਕੰਮ ਨਹੀਂ ਹੈ। ਕਹਿੰਦੇ ਦੁੱਖ ਗਿਆ ਜਦੋਂ ਅਸੀਂ ਸੰਤਾਂ ਦੇ ਨਾਮ ਦੇ ਨਾਲ ਜੁੜਦੇ ਹਾਂ, ਨਾਮ ਧਿਆਨੇ ਹਾਂ। ਕਹਿੰਦੇ ਦੁੱਖ ਗਿਆ ਹਰ ਗਾਇਆ। ਦੁੱਖਾਂ ਦਾ ਖਤਮ ਨਾਸ਼ ਕਰਕੇ ਸਾਨੂੰ ਉਸ ਹਰੀ ਪ੍ਰਮਾਤਮਾ ਦੇ ਨਾਲ ਜੋੜ ਦਿੰਦੇ ਹਨ ਤੇ ਸਾਨੂੰ ਸੁੱਖਾਂ ਦਾ ਰਸਤਾ ਦਿਖਾ ਦਿੰਦੇ ਹਨ। ਪਰ ਉਹ ਜਿਹੜੀ ਸੰਤਾਂ ਦੀ ਅਵਸਥਾ ਹੈ ਉਸ ਨੂੰ ਤਾਂ ਕੋਈ ਨਹੀਂ ਸਮਝ ਸਕਦਾ। ਉਹ ਸਿਰਫ ਸਾਨੂੰ ਉਸ ਨਾਮ ਨਾਲ ਜੋੜ ਕੇ ਇਸ 9 ਦੁਆਰਾਂ ਦੇ ਉੱਪਰ ਲਿਜਾ ਕੇ, ਕਹਿੰਦੇ 9 ਦਰਵਾਜ਼ੇ ਪਾਰ ਕੀਏ, 10ਵੇਂ ਅਨੰਤ ਅਨੰਤ ਆਨੰਦ ਸੁਖ ਪਾਇਆ। ਇਹ ਕਿਸੇ ਵੇਦ ਕਤੇਬ ਜਾਂ ਕਿ ਸ਼ਾਸਤਰਾਂ 'ਚ ਲਿਖੀ ਹੋਈ ਇਹ ਸ਼ਬਦ ਨਹੀਂ ਹਨ, ਕਿਉਂਕਿ ਜਦੋਂ ਤੁਸੀਂ ਉਸ ਈਸ਼ਵਰ ਦੇ ਨਾਮ ਨਾਲ ਜੁੜਦੇ ਹੋ, ਉਸ ਦੇ ਨਾਮ ਨੂੰ ਆਪਣੇ ਪ੍ਰਾਣ ਦਾ ਆਧਾਰਿਕ ਬਣਾ ਲੈਂਦੇ ਹੋ, ਇੱਕ ਆਪਣੇ ਜੀਵਨ ਦੀ ਨਿੱਜੀ ਜੀਵਨ ਦਾ ਇੱਕ ਮੂਲ ਬਣਾ ਲੈਂਦੇ ਹੋ, ਮਕਸਦ ਬਣਾ ਲੈਂਦੇ ਹੋ ਕਿ ਅਸੀਂ ਨਾਮ ਜਪਣਾ ਹੀ ਹੈ। ਜਿਉਂ-ਜਿਉਂ ਅਸੀਂ ਨਾਮ ਜਪਾਂਗੇ, ਧਿਆਨ ਕਰਾਂਗੇ ਉਸ ਮਾਲਕ ਦਾ, ਤੇ ਸਾਨੂੰ ਅੰਦਰੋਂ ਇੱਕ ਇਸ ਤਰ੍ਹਾਂ ਦੀ ਪ੍ਰਕਾਸ਼ ਪ੍ਰਫੁੱਲਿਤ ਹੋਏਗਾ, ਜਿੱਥੋਂ ਤੁਸੀਂ ਬੈਠੋਗੇ ਤੁਹਾਨੂੰ ਖੁਦ ਹੀ
ਉਸ ਪਰਮਾਤਮਾ ਦੇ ਸ਼ਬਦ ਜਿਹੜੇ ਹਨ ਉਹ ਆਉਣੇ ਸ਼ੁਰੂ ਹੋ ਜਾਂਦੇ ਹਨ। ਉਦੋਂ ਆਉਂਦੇ ਹਨ ਜਦੋਂ ਅਸੀਂ ਉਸ ਪਰਮਾਤਮਾ ਦੇ ਉੱਤੇ ਪੂਰਨ ਤੌਰ ਤੇ ਵਿਸ਼ਵਾਸ ਕਰਦੇ ਹਾਂ, ਸ਼ਰਧਾ ਵੀ ਕਰਦੇ ਹਾਂ ਔਰ ਪ੍ਰੇਮ ਵੀ ਕਰਦੇ ਹਾਂ। ਤਿੰਨੇ ਚੀਜ਼ਾਂ ਜਦੋਂ ਸਾਡੇ ਪੂਰਨ ਹੋ ਜਾਂਦੀਆਂ ਹਨ। ਇਹ ਨਹੀਂ ਸ਼ਰਧਾ ਕਰ ਲਈ, ਪ੍ਰੇਮ ਕਰ ਲਿਆ ਪਰ ਵਿਸ਼ਵਾਸ ਕੀਤਾ ਨਹੀਂ, ਪਤਾ ਨਹੀਂ ਸਾਡਾ ਕੰਮ ਹੋਵੇਗਾ ਕਿ ਨਹੀਂ ਹੋਵੇਗਾ, ਤਾਂ ਜਿੰਨੀ ਸੋਚ ਲੈ ਨਹੀਂ ਹੋਵੇਗਾ ਤਾਂ ਨਹੀਂ ਹੋਵੇਗਾ। ਇਸ ਕਰਕੇ ਹੀ ਮਹਾਰਾਜ ਨੇ ਸਮਝਾਇਆ ਹੈ ਕਿ ਸੰਤ ਮਿਲੇ ਹਰ ਨਾਮ ਤੇ ਆਈਏ, ਦੁੱਖ ਗਿਆ ਸੁਖ ਹਰ ਪਾਈਏ, ਨੌ ਦੁਆਰੇ ਪਾਰ ਕੀਏ, ਦਸਵੇਂ ਅਨੰਤ ਅਨੰਤ ਆਨੰਦ ਪਾਈਏ। ਇਹ ਗੱਲ ਸਰੀਰ ਦੀ ਨਹੀਂ ਹੈ। ਅਨੰਤ ਅਨੰਤ ਮਤਲਬ ਕੋਲ ਜਿਹੜਾ ਕੋਈ ਅਨੰਤ ਹੀ ਨਹੀਂ ਹੈ, ਜਿਹੜਾ ਕੋਈ ਪਾਰ ਉਤਾਰਾ ਹੀ ਨਹੀਂ ਹੈ, ਉਹ ਸੁੱਖ ਉਹ ਆਨੰਦ ਹਾਸਲ ਹੋ ਜਾਂਦਾ ਹੈ। ਕਦੋਂ? ਜਦੋਂ ਅਸੀਂ ਇਹਨਾਂ ਵਸਤੂਆਂ ਤੋਂ, ਇਸ ਸੰਸਾਰ ਦੇ ਮੋਹ ਤੋਂ, ਲਗਾਵ ਤੋਂ ਉੱਪਰ ਉੱਠ ਪੈਂਦੇ ਹਾਂ। ਜਦ ਤੱਕ ਅਸੀਂ ਇਸ ਸੰਸਾਰਿਕ ਸਮੁੰਦਰ ਦੇ ਵਿੱਚ ਬੈਠੇ ਹੋਏ ਹਾਂ ਤੇ ਸਾਨੂੰ ਹਮੇਸ਼ਾ ਹੀ ਡੁੱਬਣ ਦਾ ਖਤਰਾ ਰਹਿੰਦਾ ਹੈ ਕਿ ਕਿਆ ਤੇ ਸ਼ਾਇਦ ਅਸੀਂ ਡੁੱਬ ਨਾ ਜਾਈਏ। ਕਿਉਂਕਿ ਸੰਸਾਰ ਦੇ ਵਿੱਚੋਂ ਅੱਜ ਤੱਕ ਕੋਈ ਵੀ ਪਾਰ ਨਹੀਂ ਉਤਰਿਆ। ਸੰਸਾਰ 'ਚ ਉਹੀ ਜੀਵ ਪਾਰ ਉਤਰ ਸਕਦਾ ਹੈ ਜਿਸ ਦੇ ਕੋਲ ਸਤਿਗੁਰ ਰੂਪੀ ਕੇਵਟ ਹੈਗਾ ਵਾ, ਜਿਹਦੇ ਕੋਲ ਸਤਿਗੁਰੂ ਦੀ ਕਿਰਪਾ ਹੈਗੀ ਆ। ਤੇ ਮਹਾਰਾਜ ਜੀ ਵੀ ਇਹੀ ਸਮਝਾਉਂਦੇ ਹਨ ਕਿ ਰੱਖੋ ਲਾਜ ਪ੍ਰਭ ਜਮ ਆਪਣੇ, ਆਪਣੀ ਕਿਰਪਾ ਤਾਰਾ, ਸੁਣ ਸੁਣ ਜੀਵਾ ਅੰਮ੍ਰਿਤ ਬਾਣੀ, ਤੇਰੀ ਪਾਲਣਹਾਰਾ। ਹੁਣ ਮਹਾਰਾਜ ਇਹ ਸਮਝਾ ਰਹੇ ਨੇ ਕਿ ਉਹ ਪਾਲਣਹਾਰ ਹੈ ਸਾਡੀ। ਜਦੋਂ ਅਸੀਂ ਉਸਦੀ ਅੰਮ੍ਰਿਤ ਰੂਪੀ ਸ਼ਬਦ, ਉਹਦੀ ਬਾਣੀ ਸੁਣਦੇ ਹਾਂ ਤੇ ਉਹਦੇ ਨਾਲ ਹੀ ਸਾਡੀ ਜਿਹੜੀ ਗਤੀ ਹੈ, ਸਾਡਾ ਗਤੀ ਜੋ ਚੱਕਰ ਹੈ, ਗਤੀ ਦਾ ਮਤਲਬ ਹੁੰਦਾ ਚੱਕਰ, ਆਵਨ ਜਾਵਨ ਦਾ ਚੱਕਰ ਜਿਹੜਾ ਹੈ, ਉਹ ਸਾਡਾ ਉਸ ਬਾਣੀ ਦੇ ਨਾਲ ਜੁੜਨ ਦੇ ਨਾਲ, ਉਸ ਸ਼ਬਦ ਨਾਲ ਜੁੜਨਾ ਖਤਮ ਹੋ ਜਾਂਦਾ ਹੈ। ਪਰ ਕਦੋਂ? ਜਦੋਂ ਉਹਦੀ ਆਪਣੀ ਪੂਰਨ ਕਿਰਪਾ ਹੋ ਜਾਂਦੀ ਹੈ, ਜਦੋਂ ਅਸੀਂ ਆਪਣੇ ਆਪ ਨੂੰ ਉਸ ਦੇ ਹਵਾਲੇ ਕਰ ਦਿੰਦੇ ਹਾਂ, ਫਿਰ ਜਾ ਕੇ ਸਾਨੂੰ ਉਸ ਗੁਰੂ ਦੇ ਨਾਲ ਮਿਲ ਕੇ ਸਾਡੇ ਜਿਹੜੇ ਸ਼ੰਕਾਵਾਂ ਹਨ ਸੰਸਾਰ ਦੀਆਂ ਖਤਮ ਹੋ ਜਾਂਦੀਆਂ। ਔਰ ਮਹਾਰਾਜ ਸੰਸਾਰ ਦੇ ਭਵਸਾਗਰ ਤੋਂ ਪਾਰ ਹੋਣ ਵਾਸਤੇ ਸਾਨੂੰ ਇਹੀ ਸਮਝਾਉਂਦੇ ਹਨ ਕਿ ਅੰਤਰ ਕੀ ਗਤ ਜਾਣੀਏ, ਗੁਰ ਮਿਲੀਏ ਸ਼ੰਕ ਉਤਾਰ, ਮੋਇਆ ਜਿਤ ਕਰ ਜਾਈਏ, ਤਿਤ ਜੀਵਨ ਦਿਆ ਮਰਮ ਮਾਰ, ਅਨਹਦ ਸ਼ਬਦ ਸੁਹਾਵਨੇ, ਪਾਈਏ ਗੁਰ ਵਿਚਾਰ। ਹੁਣ ਮਹਾਰਾਜ ਜੀ ਆਪਣੇ ਸੁੰਦਰ ਸ਼ਬਦਾਂ ਦੇ ਰਾਹੀਂ ਸਾਨੂੰ ਇਹ ਸਮਝਾਉਣਾ ਚਾਹੁੰਦੇ ਹਨ ਕਿ ਕਹਿੰਦੇ ਅੰਤਰ ਕੀ ਗਤ ਜਾਣੀਏ, ਗੁਰੂ ਮਿਲੀਏ ਸ਼ੰਕ ਉਤਾਰ। ਹੁਣ ਉਹ ਮਾਲਕ, ਉਹ ਅਕਾਲ ਪੁਰਖ ਸਾਡੀ ਹਰ ਇੱਕ ਹਰਕਤ ਨੂੰ ਜਾਣਦਾ ਹੈ, ਸਾਡੀ ਹਰ ਇੱਕ ਸ਼ਬਦ ਨੂੰ ਵਿਚਾਰਦਾ ਹੈ, ਸਾਨੂੰ ਹਰ ਇੱਕ ਗੱਲ ਨੂੰ ਸਮਝਦਾ ਹੈ ਸਾਡੀ, ਕਿ ਉਹੀ ਹੀ ਅੰਤਰਜਾਮੀ ਹੈ। ਅੰਤਰਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੀ ਪੂਰੇ। ਉਹ ਮਾਲਕ ਅੰਤਰਜਾਮੀ ਹੈ। ਤੇ ਇਹੀ ਮਹਾਰਾਜ ਸਮਝਾਉਂਦੇ ਕਿ ਅੰਤਰ ਕੀ ਗਤ ਜਾਣੀਏ, ਕਿ ਸਾਨੂੰ ਅੰਦਰ ਦੀ ਗਤੀ ਜਾਣੇ, ਅੰਦਰ ਦਾ ਰਸਤਾ ਜਾਣਨਾ ਪਵੇਗਾ। ਜਦ ਤੱਕ ਅਸੀਂ ਇਸ ਸਰੀਰ ਦੇ ਅੰਦਰ ਨਹੀਂ ਜਾਂਦੇ, ਉਨੀ ਦੇਰ ਤੱਕ ਜਿਹੜੀ ਸਾਡੀਆਂ ਸ਼ੰਕਾਵਾਂ ਹਨ ਲੱਗੀਆਂ ਹੋਈਆਂ, ਇੱਧਰ ਉੱਧਰ ਦੇ ਭਰਮ ਪਏ ਹੋਏ ਹਨ ਕਿ ਇਹ ਹੋਵੇਗਾ ਨਹੀਂ ਹੋਵੇਗਾ, ਪਤਾ ਨਹੀਂ ਸਾਡਾ ਦਸਵਾਂ ਦਵਾਰ ਖੁੱਲੇਗਾ। ਜਿਹੜੇ ਭਗਤੀ ਕਰਨ ਵਾਲੇ ਵੀ ਜੀਵ ਹਨ, ਨਾਮ ਜਪਣ ਵਾਲੇ ਵੀ ਜੀਵ ਹਨ, ਉਹਨਾਂ ਨੂੰ ਵੀ ਸ਼ੰਕਾ ਹੈ, ਉਹਨਾਂ ਨੂੰ ਵੀ ਸ਼ੱਕ ਹੈ ਕਿ ਪਤਾ ਨਹੀਂ ਸਾਡਾ ਦਸਵਾਂ ਦਵਾਰ ਖੁੱਲੇਗਾ ਨਹੀਂ ਖੁੱਲੇਗਾ। ਅਸੀਂ ਕੁੰਡਲਾਨੀ ਸ਼ਕਤੀ ਨੂੰ ਖੋਲ੍ਹਣ ਦੀ ਅਸੀਂ ਕੋਸ਼ਿਸ਼ਾਂ ਕਰੀ ਜਾ ਰਹੇ ਹਾਂ, ਪਰ ਭਰੋਸਾ ਨਹੀਂ ਹੈ। ਸਾਨੂੰ ਸ਼ੱਕ ਹੈ ਕਿ ਨਾਮ ਲੈ ਲਿਆ, ਪਤਾ ਨਹੀਂ ਅਸੀਂ ਕਿਤੇ ਪਹੁੰਚਾਂਗੇ ਤੇ ਨਹੀਂ ਪਹੁੰਚਾਂਗੇ। ਅਸੀਂ ਇਟਲੀ ਗਏ ਸੀ, ਸਾਨੂੰ ਕਿਸੇ ਸਵਾਲ ਕਰਦਾ, ਮਹਾਰਾਜ ਗੁਰੂ
ਬਾਬਾ ਜੀ ਗੁਰੂ ਜੋ ਮਿਲ ਜਾਵੇ, ਸ਼ਬਦ ਮਿਲ ਜਾਵੇ ਤਾਂ ਕੀ ਹੋਵੇਗਾ? ਮੁਕਤੀ ਮਿਲ ਜਾਂਦੀ ਹੈ। ਅਸੀਂ ਮੁਕਤ ਹੋ ਸਕਦੇ ਹਾਂ? ਅਸੀਂ ਕਹਿੰਦੇ ਗੁਰੂ ਦੇ ਕੋਲ ਸ਼ਬਦ ਲੈਣਾ ਸਾਡੀ ਮੁਕਤੀ ਨਹੀਂ ਹੋਣੀ। ਗੁਰੂ ਕੋ ਸ਼ਬਦ ਤਾਂ ਲੈ ਲਿਆ, ਪਰ ਅੰਦਰ ਵਿਰਾਗ ਹੀ ਨਹੀਂ ਹੈ। ਵਾਸਨਾਵਾਂ ਨਾਲ ਸਾਨੂੰ ਘੇਰਾ ਕੱਤਿਆ ਹੋਇਆ ਹੈ, ਇੱਕ ਦੂਜੇ ਦੇ ਨਾਲ ਹੇਰਾ ਫੇਰੀਆਂ ਕਰਨ ਲੱਗੇ ਹੋਏ ਹਾਂ, ਝੂਠ ਬੋਲਣ ਲੱਗੇ ਹੋਏ ਹਾਂ, ਤੇ ਅਸੀਂ ਮੁਕਤ ਕਿੱਥੋਂ ਹੋ ਜਾਵਾਂਗੇ? ਨਾਮ ਲੈਣ ਨਾਲ ਮੁਕਤੀ ਨਹੀਂ ਹੁੰਦੀ। ਨਾਮ ਨੂੰ ਨਾਮ ਲੈ ਕੇ ਸ਼ਬਦ ਉੱਤੇ ਵਿਸ਼ਵਾਸ ਕਰਨਾ, ਆਪਣੇ ਮੁਰਸ਼ਿਦ ਤੇ ਪੂਰਨ ਭਰੋਸਾ ਰੱਖਣਾ, ਉਸ ਭਰੋਸੇ ਦੇ ਉੱਤੇ ਜੇ ਸਾਨੂੰ ਜਾਨ ਵੀ ਦੇਣੀ ਪੈ ਜਾਵੇ ਤਾਂ ਸਾਨੂੰ ਇਹ ਨਾ ਹੋਵੇ ਕਿ ਸ਼ਾਇਦ ਅਸੀਂ ਮਰ ਜਾਵਾਂਗੇ ਤਾਂ ਕੀ ਹੋਵੇਗਾ। ਜਿੱਦਾਂ ਕਿ ਸਤੀ ਦਾਸ ਤੇ ਮਤੀ ਦਾਸ ਦੋਵਾਂ ਦਾ ਨਾਮ ਇਸ ਸੰਸਾਰ ਵਿੱਚ ਬੜੇ ਸਤਿਕਾਰ ਨਾਲ ਲਿੱਤਾ ਜਾਂਦਾ ਹੈ। ਕਿਉਂ? ਕਿ ਉਹਨਾਂ ਨੂੰ ਆਪਣੇ ਮੁਰਸ਼ਿਦ ਤੇ, ਆਪਣੇ ਗੁਰੂ ਤੇ ਭਰੋਸਾ ਸੀ। ਉਹਨਾਂ ਨੇ ਮੁਗਲਾਂ ਦੇ ਜ਼ੁਲਮ ਦਾ ਡਰ ਨਹੀਂ ਸੀ। ਉਹਨਾਂ ਦੇ ਬੰਦ ਕਟਾ ਦਿੱਤੇ ਗਏ, ਸਰੀਰਾਂ ਨੂੰ ਚਖੜੀਆਂ ਦੇ ਵਿੱਚ ਪੀੜ ਦਿੱਤਾ ਗਿਆ, ਪਰ ਉਹਨਾਂ ਫਿਰ ਵੀ ਉਫ ਨਹੀਂ ਕੀਤੀ। ਕਿਉਂਕਿ ਜਦੋਂ ਨਾਮ ਅਸੀਂ ਲੈਂਦੇ ਹਾਂ, ਨਾਮ ਨਾਲ ਜੁੜਦੇ ਹਾਂ, ਤੇ ਸਾਡੀਆਂ ਸਾਰੀਆਂ ਸ਼ੰਕਾਵਾਂ ਖਤਮ ਹੋ ਜਾਂਦੀਆਂ, ਔਰ ਅਸੀਂ ਉਸ 10ਵੇਂ ਦੁਆਰ ਤੱਕ, ਜਿਹੜਾ 10ਵਾਂ ਦਾ ਰਸਤਾ ਹੈ, ਜਿਹੜਾ ਆਵਾਗਮਨ ਖਤਮ ਹੁੰਦਾ ਹੈ, ਉੱਥੇ ਪਹੁੰਚ ਜਾਂਦੇ ਹਾਂ। ਜਦੋਂ ਉੱਥੇ ਪਹੁੰਚਦੇ ਹਾਂ ਤੇ ਸਾਡਾ ਫਿਰ ਕੋਈ ਵੀ ਸਰੀਰ ਨੂੰ ਦੁੱਖ ਨਹੀਂ ਹੈ। ਕਿਉਂਕਿ ਸਰੀਰ ਨੂੰ ਦੁੱਖ ਤੋਂ ਥੱਲੇ ਹੈ, ਉੱਪਰ ਨਹੀਂ ਹੈ। ਉੱਪਰ ਆਨੰਦ ਹੈ। ਕਿ 9 ਦੁਆਰਿਆਂ ਨੂੰ ਪਾਰ ਕਰਕੇ, 9 ਦੁਆਰੇ ਪਾਰ ਕੀਏ, 10ਵੇਂ ਅਨੰਤ 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 ਪਾਰ। ਅਨੰਤ ਅੰਦਰ ਕੋਟ ਜੁਗਾਂ ਦਾ ਆਨੰਦ ਜਿਹੜਾ ਹੈ ਉਹਦੇ ਉੱਤੇ ਪਿਆ ਹੋਇਆ ਹੈ। ਪਰ ਕਦੋਂ? ਜਦੋਂ ਸਾਨੂੰ ਗੁਰੂ ਦੇ ਨਾਲ ਅਸੀਂ ਜੁੜ ਜਾਵਾਂਗੇ, ਗੁਰੂ ਦੇ ਸ਼ਬਦ ਨਾਲ ਵਿਚਾਰ ਕਰ ਲਵਾਂਗੇ, ਗੁਰੂ ਦੀਆਂ ਸ਼ੰਕਾਵਾਂ ਸਾਡੇ ਉੱਪਰ ਖਤਮ ਹੋ ਜਾਣਗੀਆਂ। ਜਦ ਤੱਕ ਸਾਡੇ ਅੰਦਰ ਸ਼ੰਕਾ ਹੈ ਤਦ ਤੱਕ ਕੁਛ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹਨ ਕਿ ਗੁਰ ਮਿਲੀਏ ਸ਼ੰਕ ਉਤਾਰ, ਮੋਇਆ ਜਿਤ ਕਰ ਜਾਈਏ ਤਿਤ ਜੀਵਦਿਆਂ ਮਰ ਮਰ। ਕਹਿੰਦੇ ਜਿਹਦੇ ਘਰ ਮਰ ਕੇ ਜਾਣਾ ਹੈ, ਅਸੀਂ ਜੀਂਦੇ ਜੀਉ ਦੇ ਘਰ ਕਿਉਂ ਨਾ ਜਾਈਏ, ਜਿਉਂਦੇ ਯਿਸੂ ਦੇ ਘਰ ਕਿਉਂ ਨਾ ਦੇਖੀਏ। ਪਰ ਜੀਂਦੇ ਜਿਸ ਕਿਸ ਤਰ੍ਹਾਂ ਦੇਖ ਸਕਦੇ ਹਾਂ? ਜੀਂਦੇ ਜੀ ਕਿਸ ਤਰ੍ਹਾਂ ਅਸੀਂ ਉਸ ਪਰਮਾਤਮਾ ਦੇ ਘਰ ਨੂੰ ਪਾ ਸਕਦੇ ਹਾਂ? ਜੀਂਦੇ ਜੀ ਕਿਸ ਤਰ੍ਹਾਂ ਅਸੀਂ ਉਸ ਨਾਮ ਨੂੰ ਸਮਝ ਸਕਦੇ ਹਾਂ? ਆਪਣੇ ਗੁਰੂ ਦੇ ਦਿੱਤੇ ਹੋਏ ਸ਼ਬਦ ਤੇ ਵਿਚਾਰ ਕਰਕੇ ਔਰ ਉੱਤੇ ਭਰੋਸਾ ਰੱਖ ਕੇ ਸ਼ਬਦ ਤੇ ਜੁੜਨਾ। ਫਿਰ ਇਹ ਨਹੀਂ, ਤੁਹਾਰਾ ਨੇ ਵੀ ਕਿਹਾ ਹੈ, ਦਸਮ ਪਾਤਸ਼ਾਹ ਨੇ, ਕਿ ਇਹ ਮਾਰਗ ਕੋਈ ਐਵੇਂ ਨਹੀਂ ਹੈ, ਇਸ ਸ਼ੂਰਵੀਰਾਂ ਦਾ ਰਸਤਾ ਹੈ। ਕਹਿੰਦੇ ਭਗਤੀ ਕਰੇ ਕੋਈ ਸ਼ੂਰਮਾ, ਜਾਤ ਵਰਨ ਕੁਲ ਖੋਏ। ਇਸ ਰਸਤੇ ਤੇ ਚੱਲਣ ਵਾਸਤੇ ਸ਼ੂਰਵੀਰਾਂ ਦੀ ਜ਼ਰੂਰਤ ਹੈ। ਸ਼ੂਰਵੀਰ ਮਤਲਬ ਇਹ ਨਹੀਂ ਸੀ ਕਿਸੇ ਦਾ ਕਤਲ ਕਰਨਾ ਹੈ। ਸ਼ੂਰਵੀਰ ਦੇ ਕਿ ਆਪਣੇ 9 ਦਰਵਾਜ਼ੇ ਜਿਹੜੀ ਇੰਦਰੀਆਂ ਹਨ, ਇਹਨੂੰ ਕੰਟਰੋਲ ਕਰਨਾ ਹੈ। ਮਨ ਨੂੰ ਬਲਵਾਨ ਬਣਾਉਣਾ ਹੈ। ਮਨ ਦੇ ਉੱਤੇ ਆਪਣੇ ਆਪ ਨੂੰ ਕਾਬੂ ਪਾਉਣਾ ਹੈ। ਤੇ ਮਨ ਨੂੰ ਕੋਈ ਸ਼ੂਰਵੀਰ ਹੀ ਕਾਬੂ ਪਾ ਸਕਦਾ ਹੈ। ਮਨ ਨੂੰ ਕੋਈ ਹੋਰ ਜੀਵ ਕਾਬੂ ਨਹੀਂ ਪਾ ਸਕਦਾ। ਇਸ ਕਰਕੇ ਕਿਹਾ ਗਿਆ ਕਿ ਭਗਤੀ ਕਰੇ ਕੋਈ ਸੂਰਮਾ, ਕਿਉਂ ਭਗਤੀ ਪ੍ਰੇਮ ਹੈ। ਪ੍ਰੇਮ ਕੋਈ ਆਮ ਜੀਵ ਨਹੀਂ ਕਰ ਸਕਦਾ। ਪ੍ਰੇਮ ਉਹਨਾਂ ਨੇ ਕੀਤਾ ਜਿਨ੍ਹਾਂ ਨੂੰ ਭਰੋਸਾ ਸੀ ਆਪਣੇ ਪ੍ਰੇਮ ਤੇ। ਹੀਰ ਰਾਂਝੇ ਦਾ ਪ੍ਰੇਮ ਦੇਖ ਲਓ, ਉਹਨਾਂ ਨੇ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੀ ਪਰਵਾਹ ਨਹੀਂ ਕੀਤੀ। ਸੋਹਣੀ ਮਹਿਬਾਲ ਕੱਚੇ ਘੜੇ ਦੇ ਉੱਤੇ ਪਾਰ ਹੋ ਗਏ, ਉਹਨਾਂ ਨੇ ਪ੍ਰੇਮ ਕੀਤਾ ਤੇ ਉਹਨਾਂ ਰੱਬ ਦੇ ਘਰ ਚਣ ਦਾ ਪ੍ਰੇਮ ਕਬੂਲ ਹੋ ਗਿਆ। ਇਸ ਕਰਕੇ ਮਹਾਰਾਜ ਸਮਝਾਉਂਦੇ ਹਨ, ਜੇ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਗਲੀ ਮੋਹਿ ਆਓ, ਇਸ ਮਾਰਗ ਸੀਸ ਦੀਜੀਏ, ਕਾਨ ਨਾ ਕੀਜੀਏ। ਹੁਣ ਕਿੰਨੇ ਸੁੰਦਰ ਸ਼ਬਦਾਂ ਦੇ ਰਾਹੀਂ ਸਮਝਾਉਂਦੇ ਹਨ ਕਿ ਇਹ ਮਾਰਗ ਜਿਹੜਾ ਹੈ, ਗੁਰੂ ਦਾ ਮਾਰਗ, ਸ਼ਬਦ ਦਾ ਮਾਰਗ, ਭਗਤੀ ਦਾ ਮਾਰਗ, ਨਾਮ ਦਾ ਮਾਰਗ, ਗੁਰੂ ਪ੍ਰੇਮ ਦਾ ਰਸਤਾ,
ਤਦੀ ਤਾਂ ਕਿਹਾ ਜਾਂਦਾ ਗੁਰੂ ਪ੍ਰੇਮ ਸਭ ਸੇ ਨਿਆਰਾ। ਗੁਰੂ ਦਾ ਪ੍ਰੇਮ ਜਿਹੜਾ ਹੈ ਉਹ ਸਭ ਤੋਂ ਵੱਖਰਾ ਹੈ। ਐਵੇਂ ਅਸੀਂ ਗੁਰੂ ਦੇ ਪ੍ਰੇਮ ਨਾਲ ਨਹੀਂ ਜੁੜ ਸਕਦੇ। ਇਸ ਕਰਕੇ ਮਹਾਰਾਜ ਸਮਝਾਉਂਦੇ ਜੇ ਤੂੰ ਪ੍ਰੇਮ ਖਿਲਣ ਕਾ ਚਾਹੋ, ਜੇ ਅਸੀਂ ਕਿਸੇ ਵੀ ਜੀਵ ਦੇ ਨਾਲ, ਚਾਹੇ ਜੱਗ ਦਾ ਹੈ ਚਾਹੇ ਰੱਬ ਦਾ ਹੈ, ਜਿਹੜਾ ਪ੍ਰੇਮ ਸੱਚਾ ਹੈ ਉਹ ਫਿਰ ਮੌਤ ਤੋਂ ਨਹੀਂ ਡਰਦੇ। ਜੇ ਤੂੰ ਪ੍ਰੇਮ ਖਿਲਣ ਕਾ ਚਾਹੋ ਸਿਰ ਧਰ ਗਲੀ ਮੁਹਰੇ ਮੁਹਰੇ ਆਓ, ਕਿ ਜੇ ਤੁਸੀਂ ਮੇਰੇ ਘਰ ਆਉਣਾ ਚਾਹੁੰਦੇ ਹੋ, ਮੇਰੇ ਘਰ ਵੱਲ ਤੁਰਦੇ ਹੋ, ਤੇ ਫਿਰ ਇਹ ਨਾ ਸੋਚੋ ਕਿ ਮੇਰੀ ਮੌਤ ਵੀ ਅੱਗੇ ਖੜੀ ਹੈ। ਪ੍ਰੇਮ ਸੱਚਾ ਹੋਵੇ ਤਾਂ ਮੌਤ ਵੀ ਮੁੜ ਜਾਂਦੀ ਹੈ, ਕਿ ਪ੍ਰੇਮ ਦੇ ਵਿੱਚ ਇੰਨੀ ਤਾਕਤ ਹੈ, ਪ੍ਰਭੂ ਪ੍ਰੇਮ ਦੇ ਵਿੱਚ ਇੰਨੀ ਸ਼ਕਤੀ ਹੈ, ਨਾਮ ਦੇ ਵਿੱਚ ਇੰਨੀ ਕਿਰਪਾ ਹੈ। ਪਰ ਕਦੋਂ ਹੋਵੇਗੀ? ਮਹਾਰਾਜ ਕਹਿੰਦੇ ਜੇ ਅਨਹਦ ਸ਼ਬਦ ਸੁਹਾਵਨੇ ਪਾਈਏ ਗੁਰ ਵਿਚਾਰ। ਉਸ ਅਨਹਦ ਸ਼ਬਦ ਜਿਹੜਾ ਹੈ ਉਹਨੂੰ ਸੁਹਾਵਣਾ ਕਰਨ ਵਾਸਤੇ, ਉਹਨੂੰ ਪਾਵਨ ਵਾਸਤੇ ਸਾਨੂੰ ਗੁਰੂ ਦਾ, ਗਿਆਨ ਦਾ, ਪ੍ਰਸ਼ਾਦ ਦਾ, ਕਿਰਪਾ ਦਾ ਵਿਚਾਰ ਕਰਨਾ ਪਵੇਗਾ। ਸਾਨੂੰ ਆਪਣੇ ਗੁਰੂ ਦੇ ਸ਼ਬਦ ਦੇ ਉੱਤੇ ਪੂਰਨ ਉਤਰਨਾ ਪਵੇਗਾ, ਗੁਰੂ ਦੇ ਸ਼ਬਦ ਦੇ ਨਾਲ ਧਿਆਨ ਕਰਨਾ ਪਵੇਗਾ। ਜਦ ਤੱਕ ਅਸੀਂ ਉਹ ਨਹੀਂ ਕਰਦੇ ਤਦ ਤੱਕ ਅਸੀਂ ਉਸ ਪ੍ਰੇਮ ਦੀ ਭਾਸ਼ਾ ਨੂੰ ਸਮਝ ਨਹੀਂ ਸਕਦੇ, ਉਸ ਪ੍ਰੇਮ ਨੂੰ ਨਹੀਂ। ਕਿਉਂਕਿ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਦਾ ਹੀ ਨਾਮ ਅੱਜ ਅਮਰ ਹੈ, ਉਹੀ ਸੰਸਾਰ ਦੇ ਉੱਪਰ ਹਨ, ਬਾਕੀ ਤਾਂ ਸਭ ਮੁਰਦੇ ਹੀ ਹਨ। ਜਿਨ੍ਹਾਂ ਨੇ ਪ੍ਰੇਮ ਕੀਤਾ, ਜੇ ਅਸੀਂ ਮੀਰਾ ਦੀ ਗੱਲ ਕਰੀਏ, ਮੀਰਾ ਨੇ ਪ੍ਰਭੂ ਕ੍ਰਿਸ਼ਨ ਦੇ ਨਾਲ, ਗੋਬਿੰਦ ਨਾਲ, ਠਾਕੁਰ ਨਾਲ ਪ੍ਰੇਮ ਕੀਤਾ। ਕਿ ਗੋਬਿੰਦ ਉਹਨਾਂ ਦੇ ਸਾਹਮਣੇ ਸੀ? ਕਿ ਠਾਕੁਰ ਦੇ ਸਾਹਮਣੇ ਸੀ? ਨਹੀਂ। ਅਸੀਂ ਕਹਿੰਦੇ ਕਿ ਜੇ ਸਾਡੇ ਗੁਰੂ ਸਾਡੇ ਸਾਹਮਣੇ ਹੈ ਤਾਂ ਅਸੀਂ ਤਦ ਹੀ ਪ੍ਰੇਮ ਅਸੀਂ ਗੁਰੂ ਦੇ ਸਰੀਰ ਨਾਲ ਪ੍ਰੇਮ ਕਰਦੇ ਹਾਂ। ਅੱਗੇ ਕਿਤਨੀ ਵਾਰੀ ਸਮਝਾਇਆ ਕਿ ਗੁਰੂ ਪ੍ਰੇਮ ਨਹੀਂ ਹੈ, ਗੁਰੂ ਸਰੀਰ ਨਹੀਂ ਹੈ, ਗੁਰੂ ਪ੍ਰੇਮ ਹੈ। ਸਰੀਰ ਦਾ ਪ੍ਰੇਮ ਨਹੀਂ ਹੈ, ਆਤਮਾ ਦਾ ਪ੍ਰੇਮ ਹੈ, ਸ਼ਬਦ ਦਾ ਪ੍ਰੇਮ ਹੈ। ਜਦ ਤੱਕ ਅਸੀਂ ਸ਼ਬਦ ਨਾਲ ਪ੍ਰੇਮ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਅਮਰ ਨਹੀਂ ਹੋ ਸਕਦੇ। ਮਨ ਕਹਿੰਦਾ ਨਾ, ਅੰਮ੍ਰਿਤ ਬਾਣੀ ਸੁਣ ਸੁਣ ਜੀਵਾਂ, ਅੰਮ੍ਰਿਤ ਬਾਣੀ ਤੇਰੀ ਪਾਲਨਹਾਰਾ, ਮਨ ਮੋਹ ਹੋਮੇ ਰੋ ਕਾਟੇ, ਬੰਦਨਾ ਕਰਾਂ ਬਖਸ਼ਣ ਹਾਰਾ। ਹੁਣ ਜੇ ਅਸੀਂ ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ ਦੀ ਬਾਣੀ ਦੇ ਸ਼ਬਦਾਂ ਨੂੰ ਵਿਚਾਰੀਏ, ਜੇ ਅਸੀਂ ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ ਨਾਲ ਪ੍ਰੇਮ ਕਰਦੇ ਹਾਂ, ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਤੇ ਮਹਾਰਾਜ ਨੇ ਕਿੰਨੇ ਸੁੰਦਰ ਸ਼ਬਦਾਂ ਨਾਲ ਸਮਝਾਇਆ ਕਿ ਸੁਣ ਸੁਣ ਜੀਵਾਂ ਅੰਮ੍ਰਿਤ ਬਾਣੀ। ਕਿਆ ਅਸੀਂ ਆਪਣੇ ਮੁਰਸ਼ਿਦ ਦੀ ਬਾਣੀ ਵੱਲ ਧਿਆਨ ਦਿੰਦੇ ਹਾਂ? ਕਿ ਅਸੀਂ ਆਪਣੇ ਮੁਰਸ਼ਿਦ ਦੇ ਜੋ ਉਹਨਾਂ ਨੇ ਸਾਨੂੰ ਸ਼ਬਦ ਦਿੱਤੇ ਹਨ, ਕਿ ਅਸੀਂ ਉਹਦੇ ਵਿਚਾਰ ਕਰਦੇ ਹਾਂ? ਕਿ ਅਸੀਂ ਆਪਣੇ ਮਹਾਰਾਜ ਦੇ ਗੀਤਾਂ ਨੂੰ ਸੁਣਦੇ ਹਾਂ? ਤੇ ਵਿੱਚ ਕਾਹਦਾ ਪ੍ਰੇਮ ਹੈ? ਕਹਿੰਦੇ ਪਾਲਣਹਾਰ ਸਾਡਾ ਉਹ ਹੈ, ਸਭ ਕੁਛ ਉਹ ਆ। ਪਰ ਜਦੋਂ ਕਹਿੰਦੇ ਕਿ ਮੇਰਾ ਮਨ ਨਹੀਂ ਲੱਗਦਾ, ਮੇਰੇ ਅੰਦਰੋਂ ਮੈਂ ਨਹੀਂ ਨਿਕਲਦੀ, ਤਾਂ ਮਹਾਰਾਜ ਕਹਿੰਦੇ ਮਨ ਤਦ ਹੀ ਨਿਕਲੇਗਾ, ਮੈਲ ਤਦ ਹੀ ਨਿਕਲੇਗੀ, ਮੈਲ ਤੇ ਜਦੋਂ ਸਾਡਾ ਮਨ ਜਿਹੜਾ ਹੈ ਉਸ ਸ਼ਬਦ ਨਾਲ ਜੁੜੇਗਾ। ਤੇ ਮਹਾਰਾਜ ਜਿਸ ਵੇਲੇ ਮਨ ਮੋਹ ਹਉਮੈ ਰੋਗ ਕਾਟੇ, ਜਦੋਂ ਉਹ ਬਾਣੀ ਨੂੰ, ਉਹ ਸ਼ਬਦ ਨੂੰ ਆਪਣੇ ਅੰਦਰ ਧਰਾਂਗੇ, ਵਿਚਾਰ ਕਰਾਂਗੇ, ਤਦ ਹੀ ਸਾਡੇ ਅੰਦਰੋਂ ਹਉਮੈ ਨਿਕਲੇਗੀ। ਕਹਿੰਦੇ ਹਉਮੈ ਦੀਰਘ ਰੋਗ ਹੈ। ਹਉਮੈ ਤਾਂ ਸਭ ਤੋਂ ਵੱਡਾ ਰੋਗ ਹੈ ਸਾਡਾ, ਉਤੋਂ ਤੇ ਬਚਣਾ ਹੈ। ਪਰ ਤਦ ਹੀ ਮਹਾਰਾਜ ਕਰ ਸਕਦੇ ਜਦੋਂ ਅਸੀਂ ਉਹਦੇ ਨਾਲ ਜੁੜਾਂਗੇ, ਤਾਂ ਉਹਦੇ ਨਾਲ ਧਿਆਨ ਕਰਾਂਗੇ। ਤਾਂ ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਜਦੋਂ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ ਤੇ ਅਸੀਂ ਉਹਦੇ ਵਰਗੇ ਹੀ ਬਣ ਜਾਂਦੇ ਹਾਂ। ਜੇ ਪੂਰਨ ਤੌਰ ਤੇ ਸ਼ਬਦ ਨਾਲ ਜੁੜ ਜਾਵਾਂਗੇ ਤੇ ਫਿਰ ਸ਼ਬਦ ਸਾਡੇ ਅੰਦਰ ਵਸ ਜਾਂਦਾ ਹੈ। ਜਿਹੜਾ ਕਿਸੇ ਸ਼ਾਇਰ ਨੇ ਕਿਹਾ ਹੈ, ਲਾਲੀ ਮੇਰੇ ਲਾਲ ਕੀ ਜਿਤ ਦੇਖੋ ਤਿਤ ਲਾਲ, ਲਾਲੀ ਦੇਖਣ ਮੈਂ ਗਈ, ਮੈਂ ਵੀ ਹੋ ਗਈ ਲਾਲ। ਹੁਣ ਵਿਚਾਰੋ ਸ਼ਬਦਾਂ ਨੂੰ ਕਿ ਜਦੋਂ ਉਹ ਆਪਣੇ ਲਾਲ ਦੀ, ਜਿਸ ਨੂੰ ਉਹ ਯਾਦ ਕਰਦਾ ਸੀ, ਜਦੋਂ ਉਹਦਾ ਲਾਲ ਸੀ, ਉਹਨੇ ਉਸ ਪ੍ਰਭੂ ਨੂੰ ਉਹਨੂੰ ਲਾਲ ਨਾਮ ਦੇ ਦਿੱਤਾ।
ਮੇਰੇ ਲਾਲ ਜੀਓ। ਮਹਾਰਾਜ ਜੀ ਨੇ ਵੀ ਕਿਹਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੇਰਾ ਅੰਤ ਨਾ ਜਾਣਾ, ਤੇਰਾ ਅੰਤ ਨਾ ਜਾਣਾ। ਕੁਮਾਰ ਕਹਿੰਦੇ ਲਾਲੀ ਮੇਰੇ ਲਾਲ ਕੀ। ਜਦੋਂ ਅਸੀਂ ਉਸ ਮਾਲਕ ਨੂੰ ਦੇਖਣ ਜਾਂਦੇ ਹਾਂ, ਜਿੱਥੇ ਦੇਖੋ, ਜਦੋਂ ਆਪਣੇ ਮੁਰਸ਼ਦ ਨੂੰ ਜਿੱਧਰ ਵੀ ਦੇਖਾਂਗੇ ਅਸੀਂ, ਤੇ ਸਾਨੂੰ ਉਹੀ ਨਜ਼ਰ ਆਵੇਗਾ ਤੇ ਇਹਦੇ ਉੱਤੇ ਲਾਲ ਰੰਗ ਚੜ ਜਾਵੇਗਾ, ਆਪਣੇ ਮੁਰਸ਼ਦ ਦਾ ਰੰਗ ਚੜ ਜਾਵੇਗਾ। ਜਿਸ ਨਾਲ ਤੁਹਾਨੂੰ ਆਨੰਦ ਨਹੀਂ ਆਉਂਦਾ ਜਿਸ ਬੰਦੇ ਦੇ ਬੈਠਣ ਦੇ ਨਾਲ, ਇਹਦਾ ਮਤਲਬ ਹੈ ਕਿ ਉਹ ਜੀਵ ਉਸ ਈਸ਼ਵਰ ਦੇ ਨਾਲ ਜੁੜਿਆ, ਉਹਦੇ ਅੰਦਰ ਨਕਾਰਾਤਮਕ ਸ਼ਕਤੀਆਂ ਹਨ। ਜਿਸ ਮਿਲਣ ਦੇ ਨਾਲ ਤੁਹਾਡੇ ਅੰਦਰ ਆਨੰਦ ਪੈਦਾ ਹੁੰਦਾ ਹੈ, ਖੁਸ਼ੀ ਪ੍ਰਾਪਤ ਹੁੰਦੀ ਹੈ, ਇਹਦਾ ਮਤਲਬ ਹੈ ਕਿ ਉਹ ਜੀਵ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਹੈ, ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਹੋਇਆ ਹੈ। ਇਹ ਨਹੀਂ ਕਿ ਉਹ ਹਿੰਦੂ ਹੈ, ਉਹ ਮੁਸਲਮਾਨ ਹੈ, ਸਿੱਖ ਹੈ, ਈਸਾਈ, ਕੋਈ ਵੀ ਜੀ। ਆਪਾਂ ਕਈ ਵਾਰੀ ਤੁਰੇ ਜਾਂਦੇ ਹਾਂ, ਅਸੀਂ ਮੁਸਾਫਰ ਕਰਦੇ ਹਾਂ, ਸਫ਼ਰ ਦੇ ਵਿੱਚ ਕਿਸ ਤਰ੍ਹਾਂ ਜੀਵ ਮਿਲ ਜਾਂਦਾ ਹੈ ਸਾਨੂੰ, ਕਿ ਅਸੀਂ ਉਹਦੇ ਨਾਲ ਗੱਲਬਾਤ ਜਦੋਂ ਕਰਦੇ ਹਾਂ ਸਾਨੂੰ ਇੱਕ ਆਨੰਦ ਹਾਸਲ ਆਉਂਦਾ ਹੈ। ਅਸੀਂ ਕਹਿੰਦੇ ਕਿ ਇਹਦੀ ਗੱਲਾਂ ਹੀ ਸੁਣਦੇ ਰਹੀਏ। ਇਹ ਕਿਸ ਤਰ੍ਹਾਂ ਦਾ ਜੀਵ ਮਿਲਦਾ ਹੈ ਸਫ਼ਰ ਦੇ ਵਿੱਚ, ਉਹ ਕਿਸ ਤਰ੍ਹਾਂ ਦੀ ਗੱਲ ਹੈ, ਸਾਡਾ ਬੈਠਣ ਨੂੰ ਦਿਲ ਵੀ ਨਹੀਂ ਕਰਦਾ। ਕਿਆ ਫਰਕ ਹੈ ਦੋਨਾਂ? ਹੈ ਦੋਨੋਂ ਹੀ ਇਨਸਾਨ, ਪਰ ਅੰਦਰਲੇ ਵਿਚਾਰ ਹਨ, ਅੰਦਰਲੀ ਜਿਹੜੀ ਸੋਚ ਹੈ, ਆਤਮਾ ਜਿਹੜੀ ਹੈ, ਇੱਕ ਦੀ ਨਕਾਰਾਤਮਕ ਵਿਚਾਰ ਹਨ, ਇੱਕ ਦੇ ਸਕਾਰਾਤਮਕ ਵਿਚਾਰ ਹਨ। ਜਿਹਦੇ ਸਕਾਰਾਤਮਕ ਸ਼ਕਤੀ ਹੈ, ਸਕਾਰਾਤਮਕ ਵਿਚਾਰ ਹਨ, ਉਹਦੇ ਨਾਲ ਤੁਹਾਨੂੰ ਆਨੰਦ ਆਉਂਦਾ ਹੈ, ਕਿਉਂਕਿ ਉਹ ਸਿਰਫ ਔਰ ਸਿਰਫ ਉਸ ਦੀ ਗੱਲ ਕਰਦਾ ਹੈ, ਸੱਚਾਈ ਬਿਆਨ ਕਰਦਾ ਹੈ। ਤੇ ਇਹੀ ਮਹਾਰਾਜ ਸਾਨੂੰ ਸੱਚਾਈ ਬਿਆਨ ਕਰਦੇ ਹਨ ਕਿ ਉਹ ਦਾਤਾ ਜਿਹੜਾ ਹੈ ਉਹ ਹੀ ਸਭ ਕੁਝ ਜਾਣਦਾ ਹੈ, ਹੋਰ ਕੋਈ ਜੀਵ ਨਹੀਂ ਜਾਣਦਾ। ਅੰਤਰ ਕੀ ਵਿਦ ਜਾਣੇ ਤੋਂ ਹੀ ਕਿਆ ਹੋਈ ਸੀਸ ਨਿਭਾਏ। ਅਸੀਂ ਮੱਥੇ ਟੇਕਦੇ ਹਾਂ ਪਰ ਵਿਸ਼ਵਾਸ ਨਹੀਂ ਕਰਦੇ। ਤੇ ਮਹਾਰਾਜ ਕਹਿੰਦੇ ਹਨ ਕਿ ਜਿਸ ਨੂੰ ਸੀਸ ਨਵਾਈਏ ਉਹਦੇ ਅੱਗੇ ਮਰ ਚੱਲੀਏ। ਜਿਸ आगे सिर न्यो तिस आगे मर जाइए। त्रिग जीवना संसार पाछे ताके पाछे जीवना। कि जीव के पिछे जीना सारा कोई जीना नहीं है। असी की है, साडा जिहड़ा प्रेम है वो वासनावां दा है। असी वासनावां अपने पूरियां करने वास्ते जुड़े हुए हैं। अब साडी जो वासनावां जो पूरियां हो गई तो असी कहने साडा प्रेम सच्चा है। साडी वासनावां पूरी नहीं होती कहने ये बंदे कोल तां कुछ है ही नहीं, इस धोखेबाज साडे नाल धोखा कर रहा है। पर जदों असी प्रभु के प्रेम नाल जुड़ते हैं उत्थे वासनावां नहीं हैं, उत्थे प्रेम है। इस तरह गोपियां ने प्रेम किया, उन्होंने वासनावां नहीं सन, प्रेम सी। भक्ति का दूसरा नाम ही प्रेम है। और महाराज जी उहदे बारे ही समझाते हैं कि वो प्रेम जिहड़ा है उस प्रभु का, उस शब्द का इस अंदर जुड़ना चाहिए। कि जो असी किसी भी संत नाल बैठते हैं सब असी किसी अपने ही जिंदगी के मसले ही पूर्ण करने चाहते हैं। संसारिक वस्तुओं के मगरे लगे रहने, संसारिक चीज़ों पूछने वास्ते लगे रहने हैं। मेरा आ किदां होवेगा, मेरा ये किदां होवेगा, मेरा धी दा की होवेगा, मेरे पुत्र दा की होवेगा। बस यही रह गया साडे कोल। तो महाराज कहते हैं कि जिस असीं उस नाम नाल जुड़ जावांगे तो सब दुखों दुख दो नाम ही सब कुछ है। तो महाराज जी भी यही समझाते हैं कि वो ही सब कुछ है, उस तो बिना कुछ सर्व सुखा का दाता सतगुरु। ताकि शरण पड़े दर्शन पेटत हो तो नंदा दुख गया हर गा। क्या असी शब्दों में विचारते हैं, शब्दों में जुड़ते हैं? जब शब्दों में जुड़ते ही नहीं हाँ तो फिर की करांगे? विचार दें सत्संग का असी कल भी गल कर रहे, सत्संग का सानू मतलब ही नहीं पता। सन नाम का मतलब नहीं पता। नाम किनू कहते हैं, नाम है की चीज, शब्द किनू कहते हैं। असी क्या इत्थों सुने इधरों कढ़ दिता, बस अमल तो करना ही नहीं। असी फिर असी कहने दुखी हाँ। असी दुखी तुसी अपनी वासनावां करके हो, अपनी कामनावां करके हो, अपनी इच्छावां करके हो। इच्छा पूरी हो गई तो सुखी, नहीं इच्छा पूरी हो दुखी।
कि इच्छा तो खत्म होनी ही नहीं, इच्छा चली जानी है। जो तो विश्वास हो जाएगा, क्योंकि जिस बंदे ने अगे बढ़ना है ना उन्होंने दुख औकड़ा तो आनिया ही हैं। किसी ने बिजनेसमैन बनना है, किसी ने पढ़ाई करनी है, किसी ने कोई कारोबार करना है, धन कमाना है। अगर धन भी कमाना है, धन कमाने के लिए तो मेहनत तो करनी पड़ेगी। हम सभी कहते हैं धन मिल जाए, पैसा आ जाए, उसके बाद इतना पैसा है, उसके बाद इतना पैसा है। सुनने में आया है कि जो आज दुनिया का अमीर आदमी है, बिल गेट जिसको कहते हैं, वो कभी किसी दिन वो गुरुद्वारों में, मंदिरों में रोटी खाया करता था। शुरुआत में उसके बाद कुछ नहीं था तो वो मंदिरों में जाकर रोटी खाया करता था। और आज वो इतना अमीर बना क्यों, कैसे? विश्वास, उसको विश्वास था अपने ऊपर। उसने बिजनेस में शुरू किया, धोखा खाया, ठोकरें लगी, गिरा, फिर उठा, फिर गिरा, फिर उठा, फिर गिरा, फिर उठा। उसने मेहनत करनी नहीं छोड़ी और उसको अपने ऊपर विश्वास था, विश्वास करना नहीं छोड़ा। हम कहते तो है हमें पैसा मिल जाए, हम कमाई करें, पैसा आए, लेकिन हमारा बिजनेस चलता। महाराज जी के पास आते हैं, महाराज जी कृपा कर दो, हमारा बिजनेस नहीं चल रहा, महाराज जी कृपा करो, ये नहीं हो रहा। कभी अपने ऊपर भी हमने विश्वास किया? जब हम मेहनत नहीं करेंगे, भरोसा नहीं रखेंगे अपने आप के ऊपर, तो आगे कैसे बढ़ोगे? जिसने बीए करनी है, एमए करनी है, बीकॉम करनी है, डॉक्टर बनना, उसको फेल तो होना पड़ेगा ना। ये तो नहीं होगा हम फेल नहीं होंगे। अगर एक बार फेल हो गया तो क्या हुआ? हमको दौड़ना है। अगर नहीं, कम से कम दौड़ नहीं सकते, चल तो सकते हैं, वॉकिंग तो कर सकते हैं। अगर वॉकिंग भी नहीं कर सकते, क्रॉल तो सकते हैं। अगर हम क्रॉल करेंगे, फिर वॉकिंग करेंगे, दौड़ भी चलेंगे। हम नाम के साथ अगर जुड़ना चाहते हैं, पहले हम कह दें अभी हमें 10वां द्वार खुल जाए। ऐसे कैसे खुल जाएगा? अभी हमें ये सब कुछ प्राप्त हो जाए, ऐसे नहीं होता। दौड़ोगे उसको पाने के लिए तो गिरोगे, धीरे धीरे चलोगे तो ठीक है। अगर नहीं धीरे तो क्रॉल के बहुत ज्यादा बच्चे की तरह क्रॉल करोगे। जब बच्चे की तरह क्रॉल करके हम उस शब्द के साथ जुड़ेंगे, धीरे 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 अपने मन को, अपने इंद्रियों को, अपने सेंसेस को कंट्रोल करेंगे तो ही जाके मंजिल पे पहुंचेंगे ना, तभी हमें धन प्राप्त होगा। इसी प्रकार उस 10वें द्वार का आनंद भी जो रस है, तभी हमें प्राप्त होगा अगर हम पांव की तलियों से लेकर सिर तक पहुंचने के लिए, 10वें द्वार तक पहुंचने के लिए अपनी सारी इंद्रियों को धीरे धीरे सो देंगे। तो कहते हैं, महाराज समझाया करते हैं कि आत्मा तो पांव के तले में है, लेकिन पांव के तले चलकर उसमें 10वें द्वार तक जाना है। उसके अंदर रास्ते में 9 द्वार हैं। उन 9 द्वारों को पार कैसे करना है? अगर वो कह दे कि भाई तेरे उस कमरे में खजाना पड़ा है, लेकिन उसके आगे लॉक पे लॉक लगे हुए हैं। आप कभी देखते हो बैंकों के जो सेफ्स होती हैं, उनके ऊपर कितना कितना बड़ा इलेक्ट्रिक लॉक लगा होता है, उसको आम जीव खोल नहीं सकता। पहले चाबियां थी, बड़ी बड़ी सेफें थी, वो खुलती नहीं थी। आजकल उन्होंने नंबरिंग सिस्टम बना दिया है, इसलिए 10वें द्वार का भी नंबरिंग सिस्टम है, जिसको हम कोड वर्ड बोलते हैं, जिसको नाम बोलते हैं, शब्द बोलते हैं। जब हमारा कोड सही लगेगा तो ही लॉक खुलेगा। अगर हम कोड का वर्ड एक भी नंबर इधर उधर कर दिया तो वो नंबर नहीं लगेगा, तो वो कोड नहीं खुलेगा, द्वार नहीं खुलेगा। अब सारी उम्र चाहे लगे रहो, उन नंबरों को याद करना जरूरी है, कोड वर्ड को याद करना जरूरी है। लेकिन कोड वर्ड के केवल याद करने से नहीं है वो खुलेगा लॉक। कभी कभी ऐसे लोग हैं, उनके साथ चाबी भी होती है। कभी
एक चाबी मैनेजर के पास होती है और एक चाबी कैशियर के पास होती है। दो चाबियों के साथ लॉक खोलने पड़ते हैं। ऐसे ही ताला एक है, चाबियां दो हैं। एक हमारे मुर्शिद के पास और एक उन्होंने हमको दे दी। हम अपने ताले से, अपनी चाबी से उस ताले को खोलने की कोशिश कर रहे हैं। हम अपनी चाबी से वो लगा रहे हैं, जोर लगा रहे हैं, लेकिन मुर्शिद जो गुरु के पास चाबी है वो हमारे साथ नहीं, हमारे संग नहीं है, तो चाबी कैसे लगेगी, खुलेगा कैसे? अगर मैनेजर आज घर से नहीं आया तो कैशियर की चाबी क्या करेगी? कैशियर की चाबी से वो लॉक नहीं खुलेगा। ऐसे ही उस 10वें द्वार के लॉक को खोलने के लिए हमें मुर्शिद गुरु की जरूरत है, गुरु की चाबी की जरूरत है, और अपने जो उन्होंने हमको चाबी दी है, नाम शब्द रूपी चाबी दी है, उसको लगाने की जरूरत है। और मैनेजर तो अपनी मर्जी से आता है। बैंक का मैनेजर कभी जरूर नहीं वो आएगा ही। उसने थोड़ा सा, जो कैशियर होते हैं उनके लिए थोड़ा सा सिस्टम बना रखा होता है कि आज इतने के पैसे तुम गुजारा कर लेना, बाकी जो कोई ऐसा है तो उसको बोलना कल को आ जाना या परसों को आ जाना। ऐसा ही ये नाम का सिस्टम है, ऐसे शब्द का सिस्टम है। जरूरी नहीं कि हमें इसी बार हमारे गुरु की कृपा हमारे ऊपर हो सकती है। शायद हमारा वो चाबी जो सही नहीं लग रही, उसका शायद कोई धंधा खराब हो गया है, या कोड वर्ड नंबर जो है वो प्रॉपर नहीं लग रहा। जब नंबर प्रॉपर लगेगा तो जाके यहां पे टक टक होगी। जब आप चाबी लगाते हैं ना, ताले को खोल कड़क करते हैं तो कड़क की आवाज आती है, टक होता है। ऐसे नहीं लॉक खोलता, ऐसे यहां पे टक टक होती है। इस टक टक को उस चाबी के साथ खोलना है। वो नाम जो है, इसलिए हमें नाम की जरूरत है, शब्द को विचारने की जरूरत है। जब तक हम शब्द नहीं विचारते तब तक कुछ नहीं होता। तो वो हमारे समझा रहे, दर्शन शरण देव प्रभु मेरे, हाथ बांध अर्ज गुजारा। महाराज अपने सारे शब्द में ये समझा रहे हैं कि जब तक हम अपने मुर्शिद की शरण में नहीं जाते और हम नम्रता के साथ, प्यार के साथ, उस शब्द के साथ नहीं जोड़ते, हम शब्द को जपते हैं वो भी अहंकार के साथ जपते हैं। हम ये कहते हैं कि मैंने तो आज इतना शब्द कर लिया, इतना सिमरन कर लिया, इतनी देर बैठ गया, उसमें भी मैं है कि मैं बैठ गया। हम तो एक क्षण भी नहीं बैठ सकते, तो 2 घंटे या 4 घंटे, 1 घंटा कैसे बैठेंगे? उसकी कृपा होगी तो ही बैठेंगे। जब उसकी चाबी लगेगी तो ही ये हम बैठ सकते, नहीं तो नहीं बैठ सकते। हम जब विचारेंगे नहीं तो महाराज कहते हैं कि हे प्रभु, वो अपने गुरु को कह रहे हैं, अपने हम महाराज जी को कह रहे हैं, हे दाता, हे महाराज जी, हमारे पर कृपा कीजिए, हमारे इस प्राणों में अपने नाम की कृपा कीजिए, और इस शरीर के अंदर, इस नाम के रोम रोम के अंदर आपका नाम बसना चाहिए। इस शरीर में 75,000 रोम है। अगर हम एक बार धन गुरु दर्शन कहेंगे, एक बार धन नानक कहेंगे, तो 75,000 बार इस शरीर से वो नाम निकलेगा। फिर आप हिसाब लगा लीजिए। इसके अंदर सूक्ष्म नाड़ियां जो हैं वो 33 करोड़ हैं। इसके अंदर अगर गिनती करूंगा तो मेन नाड़ियां 33 होंगी। मेन देवी देवते 33 ही हैं, बाकी छोटे 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 सब चलते रहते हैं। इसी प्रकार शरीर के अंदर भी बड़ी नाड़ियां जो हैं वो 33 हैं, और छोटी 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 नाड़ियां बहुत, जिसको रोम के साथ जुड़ी हुई हैं, कैसे कैसे जा रही हैं, अगर पुरुष को काउंटिंग नहीं हो सकती। इसलिए उनके पीछे मत पड़ो। जो मेन नाड़ियां हमारी होती है वो सही चलनी चाहिए। जैसे हार्ट की 3 नाड़ियां वो सही चलनी चाहिए, गुर्दे की नाड़ियां सही चलनी चाहिए, ब्रेन की नाड़ी सही चलनी चाहिए, जिससे शुद्ध बुद्ध ठीक रहे।
हमारे मेन कर्म जो है वो सही होने चाहिए, नाम हमारा सही दिशा में जाना चाहिए। जब तक हम उस नाम को सही दिशा में नहीं लेके जाएंगे तो कैसे नाम की कृपा होगी। इस सभी का अपना अपना एक्सपीरियंस होता है, किसी को किस तरीके से मिलता है, किसी को किस तरीके से मिलता है। जिस तरीके से मुझको मिला शायद आपको नहीं मिल सकता, शायद जो जिस तरीके से आप पाना चाहते हैं वो शायद किसी और को नहीं मिल सकता। इसीलिए गुरु का साथ जुड़ना वो सबका एक जैसा है। शिप में कितने लोग बैठे होते हैं, लेकिन उसका जो चालक होता है, कैप्टन होता है, उसके ऊपर सबको भरोसा होता है। इसी प्रकार कितनी दुनिया है संसार में है इस भव सागर से पार करने के लिए, तो गुरु एक ही है, ईश्वर एक ही है। जब तक हम उस एक के ऊपर भरोसा नहीं करेंगे तो हम इस भव सागर से पार नहीं हो सकते। उस एक को ही समझना है, उस एक के साथ ही जुड़ना है, जब क्योंकि वो सब कुछ देने वाला है। उसको दुख में सुख में उसको याद करो। वैसे तो वो दुख देता ही नहीं है। जैसे जो हमारी माता है, हमारा पिता है, वो हमको दुख नहीं देगा, तो वो सबका जो मालिक है, जो पिता है, हमारा ईश्वर है, वो हमको दुख क्यों देगा। हम कहते हैं प्रभु ने ये दुख दे दिया, ये प्रभु ने हमको ये कर दिया। प्रभु दुख क्यों दे हमें, गुरु हमें क्यों दुख दे। गुरु को क्या जरूरत है हमें दुखी करने की, जब हम अपने बच्चों को दुखी नहीं कर सकते। हम जब उस ईश्वर की औलाद हैं तो वो हमें दुखी क्यों करेगा। लेकिन अगर हमने कर्म किया, उसके कर्मों का हिसाब तो देना पड़ेगा। दुख हमारे कर्मों का है, गुरु का नहीं है, ईश्वर का नहीं है। दद्दा दोष ना दीजिए, मारे कहने दोष कर्मा अपने, जो मैं किया सो मैं पाया, दोष ना अवर जना। असी दोष जो है दूसरे को थोप देते हैं। उसने मेरे साथ ऐसा किया, उसने मुझको ऐसा कर दिया, गुरु ने मेरे ऊपर कृपा नहीं करी, गुरु ने उसके ऊपर कृपा कर दी। ऐसा नहीं है। वो सब के साथ एक जैसा प्रेम करता है। माली बाग में सभी फूलों को एक जैसी खाद डालता है, सबको एक जैसा पानी डालता है। उसमें से कुछ फूल सड़ जाते हैं, कुछ फूल निकल आते हैं। उसमें माली का दोष है? माली ने सबको एक जैसा ही किया। किसी ने ऑक्सीजन कम ग्रहण की, किसी ने सूर्य की तप, सूर्य की जो गर्मी थी वो कम ग्रहण की, किसी ने ज्यादा ग्रहण, इसलिए वो फूल जो थे कुछ सड़ गए, कुछ खिल गए। माली का कसूर नहीं था। ऐसे ही ईश्वर का, गुरु का कोई कसूर नहीं है। हम गुरु को दोष दे देते हैं। तो इसलिए अपने कर्मों को सोचिए, अपने कर्मों के बारे में विचार कीजिए। जब तक हम अपने कर्मों को नहीं समझेंगे, कर्मों के ऊपर विचार नहीं करेंगे, तब तो बात नहीं बनेगी। वो ही महाराज समझा रहे हैं कि जे सुख देही तो तुझे आराधी, दुख भी तुझे तिहाई। कि सुख में भी उसको याद करो और दुख में भी। दुख सुख ये दो कपड़े हैं, बस। दुख सुख दो कपड़े, पहरे जाए मनुख। सुख और दुख आने और जाने का नाम है, ये स्थिर नहीं है। तो इसलिए महाराज समझा रहे हैं कि उस नाम के साथ अपने आप को जोड़िए, नाम के साथ हम जुड़े। जब तक हम नाम के साथ नहीं जुड़ेंगे तब तक हमारी ये वासनाएं जो हैं वो कम नहीं होंगी। कोई किसी से बात करता है तो उसको सुनकर उसको संभालने की कोशिश कीजिए।
हुजूर महाराज जी कहा करते थे कि किसी के कर्मों के ऊपर पर्दा डालना सीखिए। अगर कोई जीव किसी के साथ बात करता है, अपने घर की, अपने बाहर की, अपने आप बीती, जग बीती, कुछ भी करता है, तो हमारा काम है उसके ऊपर पर्दा डालना, ना कि हमारी बात, उसकी बातें इधर उधर करनी, उसके इज्जत को उछालना। हमारे कहते किसी के ऊपर पर्दा डालिए। हमारे कहा करते थे, अगर आप किसी के, मेरे भक्तों के 10 ऊपर पर्दा डालोगे तो मैं तुम्हारे कर्म के ऊपर पर्दा डाल दूंगा। तो इसलिए ये समझना जरूरी है। सत्संग तो बहुत है, आपको मतलब हर बार कोई ना कोई डिफरेंट चीज ही आ जाती है महाराज जी। जैसे आज कोई दूसरा ही आ गया सत्संग में, पता नहीं कहां से चीजें आ गई आज। वो साइकिल वाली हमें मालूम नहीं चला कैसे आ गई, विश्वास की चीज कहां से आ गई। लेकिन जब उसके साथ ध्यान करोगे तो वो अपने आप ही आपको अपने रास्ते दिखाते रहता है। लेकिन हम विचारते नहीं है। हम तो थोड़ा सा दुख आ गया बस छुट्टी, पता नहीं क्या हो गया, तूफान आ गया, हमको दुख का ही नहीं मालूम दुख कहते किसको हैं, तो हम समझेंगे क्या। ये हमारी मोह ममता का जो है, इसको उससे ऊपर उठिए। शरीर है तो दुख सुख रहेंगे, बस इसको समझिए और प्रेम के साथ उस प्रभु के साथ जुड़िए। क्योंकि वो किताबों में नहीं है, वो वेदों में नहीं है, उसको हम उनमें नहीं ढूंढ सकते, अपने आप में ही ढूंढना पड़ेगा। क्योंकि वेद किताब सब शास्त्र इन पढ़े मुक्त ना हुई, एक अक्षर जो गुरमुख जापे तिसे ही निर्मल हुई। कई जीव ऐसे हैं वो ग्रंथों को लगे रहते हैं पढ़ने के लिए, किताबों को पढ़ने के लिए लगे रहते हैं कि शायद वो ज्ञान, वो किताबी तो ज्ञान ले लेते हैं, किताबी ज्ञान तो मिल जाएगा। अब रोज कोई चीज को पढ़ोगे उसको कुछ याद तो हो जाएगी, लेकिन उसको अपने आप को ज्ञानवान समझना वो हमारी मूर्खता है। जिसको आत्मिक ज्ञान है, आत्मा के बारे में ज्ञान है, वही इंसान सुखी हो सकता है। किताबी ज्ञान वाला आदमी सुखी नहीं हो सकता। इसलिए हमारे ने कहा है कि वेद किताब स्मृतियां सब शास्त्र पढ़िए मुक्त ना हो। इन पढ़नों से कुछ नहीं होने वाला। एक अक्षर है जो गुरमुख जापे तिसकी ही निर्मल हुई, कि जो वो एक अक्षर उसने बोला, एक अक्षर, उसको एक ही है, उसका नाम भी एक ही, हमने बहुत बार बताया है। जैसे पहले हमने शब्द में बताया था, 9 द्वारे पार किए 10वें कोट कोट अनंत पाया। जब तक हम 10वें द्वार तक ध्यान नहीं देते अपना, अब धीरे 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 जब आपको रस आना लगेगा तो अब आपको पता चलेगा। इसलिए हमारे कहा, जिम जिम बरसे अमृत तारा, मन पीवे गुण शब्द विचारा। वो धीरे धीरे की बात है, वो धारा है। धारा बहुत तेज होती है तो बहा के ले जाती है। अगर हम बहुत तेजी में जाएंगे तो हम अपने आप को खत्म कर लेंगे। अगर बूंद बूंद करके टपकेगी तो जो घड़ा देर से तो बढ़ता है लेकिन उछलता नहीं है। आप एकदम टूटी खोलोगे तो एकदम पानी फटाफट आएगा और क्या होएगा, जब बाल्टी भर जाती निकल आता है बाहर। अगर एक एक बूंद 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 करके बढ़ता है तो उसके में टपकता नहीं। इसलिए जब इसके अंदर वो शब्द जो है धीरे 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 समाएगा, नाम जो है धीरे धीरे इसके अंदर बसेगा, तो इसके अंदर होमे का वास नहीं होगा। होमे हमें नहीं सताएगी। होमे नहीं होएगी तो हमें अंदर का आनंद आएगा, अंदर का रस आएगा तो आनंदित हो जाएंगे। जब गन्ने का रस पीते हैं, ऑरेंज का रस पीते हैं, आनंद आता है ना। ऐसे ही वो शब्द का जब आनंद आएगा तो हमें उसका रस में तो आनंद आएगा। तो यही हमारा ने समझाया है। इसलिए
हमें उस प्रभु के नाम के साथ जुड़ना चाहिए, उस नाम को अपने श्वासों में सिमरना चाहिए। सांस सांस से भी तेरा नाम, तुद कृपा ते तू ही दयाल। बस उसी की कृपा से ही हम दयाल हो सकते हैं, उसके नाम के साथ जुड़कर ही हमारे पर कृपा हो सकती। कब? जब हम सांस सांस का नाम सिमरेंगे तो। सो यही महाराज जी का आज का संदेश है, यही महाराज जी का मैसेज है। सो इसके नाम के साथ जुड़िए और नाम को विचारिए, नाम को समझिए, तो फिर पता चलेगा कि वो नाम जो है, वो शब्द जो है वो क्या है, उसकी क्या ताकत है शब्द की। शब्द हमारे सब दुखों का नाश कर देता है। ये मत समझो कि शब्द हमारा एक कुछ नहीं, शब्द में इतनी ताकत है, वो हमारा सब कुछ सही करता है, हमें आनंद देता है, खुशियां देता है। लेकिन शब्द के बारे में समझेंगे, विचारेंगे तो। सो नानक नाम चढ़दी कला तेरे पाने सरबत दा भला। साध संगत जी, जो भी कल नूं महाराज जी शब्द देवणगे आपके चरणों 'च रख दिते जाएंगे। सो इसका रोज अपने थोड़ा थोड़ा महाराज का ध्यान किया करो, महाराज का ध्यान करा करो, शब्द के साथ जुड़ा करो, नाम के साथ जुड़ो। सो यही हमारी आपके आगे हाथ जुड़कर बेनती है। जिस समय बहुत नाजुक चल रहा है, आपकी पता नहीं क्या कुछ होने वाला है। सो इसलिए सो नानक नाम चढ़दी कला तेरे पाने सरबत दा भला।